गुरु रू प्यारी साध संगत जी, वाहिगुरु जी का खालसा वाहिगुरु जी की फतेह। भाई साहब भाई वीर सिंह जी की एक अमोलक लिखत है जिसका सिरलेख है राय बिसाली। आओ उसका अगला हिस्सा सरवण करने की कोशिश करिए जी। चौथा, अद्धी रात बीत चुकी, वजीर जी लम्मे पे हन पर जाग रहे हन। सत्संग हो आए हन, राय दी दिती पोथी दा अपना मंडल तक आए हन। संगत दा प्रेम सतगुरां नाल वेख आए हन। हुण राय दे नाल जाके साहिबां दे दर्शन कर आए हन। हाँ, सारियां नीतियां भुला के वजीर जी राय दी मर्जी सिरे चाड़ आए हन। कवि जी भी लिखदे हन, निज प्रधान संग कै सुनकर हम चढ़ आने पुर निज सतगुर। जिस तो विदत है कि राय ने वजीर नूं मगर ला लिया सी। वजीर ते प्रभाव भी पै चुका है, पर जी दे जी विच नीति फण खिलार खलोंदी है कि पहाड़ी राजे ते सूबा गुस्से हो गए। कोई गल आ वापरी तां की करांगे। दूजी सोच इस्त्री दी भी पैंदी है कि रात ए कित्थे गई सी, अज इस दा पिछा करा। सो वजीर जागदा पर दड़ वट के प्यारे। त्रिपैरा वजा, वजीर दी नारी उठी, पति नूं डिठो सो ਕੰਨ ਵਿੱਚ ਬੋਲੀ, ਮਾਲਕ ਜੀ ਜਾਗਦੇ ਹੋ। ਪਰ ਮਾਲਕ ਜੀ ਜਾਗਦੇ ਸੁੱਤੇ ਪਏ ਸਨ। ਪ੍ਰਧਾਨਣੀ ਨੇ ਜਾਤਾ ਕੂਕ ਸੁੱਤਾ ਪਿਆ ਹੈ। ਸੋ ਗਈ ਨਹਾਉਣ ਵਾਲੇ ਥਾਂ ਇਸ਼ਨਾਨ ਕੀਤਾ। ਵਜ਼ੀਰ ਨੇ ਸੂਹ ਰੱਖੀ, ਨਹਾ ਧੋ ਕੇ ਸਾਦੇ ਖੱਦਰ ਦੇ ਲਿਬਾਸ ਵਿੱਚ ਤਿਆਰ ਹੋ ਫਿਰ ਆਈ। ਦੇਖਣ ਕੇ ਪਤੀ ਸੁੱਤਾ ਹੈ ਕਿ ਜਾਗ ਪਿਆ, ਪਰ ਸੁੱਤਾ ਸਹੀ ਕਰਕੇ ਉਹ ਪਿਛਲੇ ਰਸਤੇ ਗਈ। ਨਾਲ ਆਪਣੇ ਲੈ ਗਈ मन प्यारी गोली ते सखी नूं, रामो जिसदा नाम सी। बारों बुआ मार रामो ने कुंजी खीसे पाई। वजीर साहिब रुख ताड़ के सीधे रस्तियों आके घर दे एक परछावें हेठ लुके खड़े सन कि जिथों दियां दोवें लंघियां। विथ रख के वजीर मगरे गया। की देखदा है कि वजीराणी आसा दी वार जी दे घर विच जा वड़ी है। सो मगर ही चादरे दी बुक्कल मारी, मूँह नूं कुछ को छुपाए वजीर जी अपड़े। उत्थे जाके जद समझिया तां सोझी आई कि माई सत तिली तां मेरी ही कर वाली है। सारी हरियाणी जो चोबा देण वाली सी ਉਹ ਤਾਂ ਪ੍ਰਧਾਨ ਜੀ ਦੀ ਦੂਰ ਹੋਈ, ਪਰ ਇਹ ਸੁਖਦਾਈ ਹੈਰਾਨੀ ਬਾਕੀ ਰਹੀ ਕਿ ਕਿਵੇਂ ਮੇਰੀ ਘਰਵਾਲੀ ਆਸਾ ਦੀ ਵਾਰ ਦੀ ਰਸੀਆ ਹੋ ਕੇ ਇੱਥੇ ਅਪੜੀ ਤੇ ਕਿੰਜ ਮੇਰੇ ਪਾਸੋਂ ਲੁਕਾ ਰਿਹਾ। ਚਾਹੇ ਮੈਥੋਂ ਚੋਰੀ ਜਾਨ ਹੀਲੀ ਸੂ, ਪਰ ਤ੍ਰੀਮਤ ਦੇ ਉਦਮ ਦੇ ਸਦਕੇ ਕੱਲ ਇਥੋਂ ਰੁਪਏ ਇਕੱਠੇ ਕਰਕੇ ਰਸਦ ਪਹੁੰਚਾਉਣ ਵਾਸਤੇ ਲੈ ਗਈ। ਮੈਨੂੰ ਕੁਝ ਪਤਾ ਨਹੀਂ ਕਿੰਜ ਇਸਨੇ ਏਡਾ ਔਖਾ ਕੰਮ ਸਿਰੇ ਚਾੜ ਲਿਆ ਹੋਣਾ ਹੈ। ਇਹ ਹਰਿਆਣੀ ਜਿਸ ਵਿੱਚ ਸਤਕਾਰ ਤੇ ਸਿਫਤ ਦਾ ਭਾਵ ਵੀ ਸੀ, ਵਜ਼ੀਰ ਦੀ ਦੂਰ ਨਹੀਂ ਸੀ ਹੁੰਦੀ। ਜਿਸ ਵੇਲੇ ਭੋਗ ਪਿਆ ਤਾਂ ਮਾਈ ਨੇ ਸੰਗਤ ਨੂੰ ਦੱਸਿਆ ਕਿ ਰਸਦ ਪਾਰ ਕੱਲ ਹੀ ਸਤਗੁਰਾਂ ਜੋਗ ਪੁੱਜ ਗਈ ਸੀ। ਇਸ ਵੇਲੇ ਇੱਕ ਸਿੰਘ ਨੇ ਦੱਸਿਆ ਕਿ ਮੈਂ ਪਾਰੋਂ ਰਾਤ ਆਇਆ ਹਾਂ ਕੁਝ ਕਾਰਜ ਕਰਨੇ ਨੂੰ। ਸਤਿਗੁਰੂ ਜੀ ਸੰਗਤ ਤੇ ਖੁਸ਼ੀ ਕਰਦੇ ਸਨ। ਇਸ ਸਿੰਘ ਦੀ ਗੱਲਬਾਤ ਤੋਂ ਸੰਗਤ ਨੂੰ ਥੋ ਪਿਆ ਕਿ ਜੋ ਰਸਦ ਪਾਰ ਪੁੱਜੀ ਹੈ ਲਗਭਗ 5000 ਰੁਪਏ ਦੀ ਸੀ। ਸੰਗਤ ਨੇ ਤਾਂ 250 ਇਕੱਠਾ ਕੀਤਾ ਸੀ ਤੇ ਮੋਹਰਾਂ ਕੋਈ 500-700 ਦੀਆਂ ਸਨ, ਜੋ ਸੰਗਤ ਨੇ ਕਿਸੇ ਪ੍ਰੇਮੀ ਦਾ ਗੁਪਤ ਦਾਨ ਸਮਝਿਆ ਸੀ। ਪਰ 5000 ਕਿੱਥੋਂ ਆ ਗਿਆ? ਮਾਈ ਸਤ ਤਿਲੀ ਦਾ ਪ੍ਰੇਮ ਤੇ ਗੁੱਜਾ ਪ੍ਰੇਮ ਤਾਂ ਸਾਰੇ ਜਾਣਦੇ ਹੀ ਸਨ, ਪਰ ਇਥੋਂ ਪਿਆ ਕਿ ਮਾਈ ਪੈਸੇ ਵਾਲੀ ਹੈ ਤੇ ਸਤਿਗੁਰੂ ਜੀ ਤੋਂ ਸਾਰੀ ਸਦਕੇ ਹੈ। ਜਦ ਸੰਗਤ ਨੇ ਸ਼ਾਬਾਸ਼ੇ ਦਿੱਤੀ ਤਾਂ ਮਾਈ ਨੇ ਕਿਹਾ ਕਿ ਸਤਿਗੁਰ ਦੇ ਆਪਣੇ ਚੋਜ ਹਨ, ਦਾਸਾਂ ਨੂੰ ਵਡਿਆਉਂਦੇ ਹਨ, ਮਾਇਆ ਆਪ ਦੇਂਦੇ ਆਪ ਲੈਂਦੇ ਹਨ, ਜੀਵ ਤਾਂ ਪੁਤਲੀਆਂ ਹਨ। ਪਰ ਵਜ਼ੀਰ ਸਾਹਿਬ ਦੀ ਹੋਰ ਹਰਿਆਣੀ ਵੱਧੀ ਕਿ ਮੇਰੇ ਘਰ ਵਿੱਚੋਂ ਇੰਨਾ ਦਾਨ ਵੀ ਹੋ ਜਾਂਦਾ ਹੈ ਤੇ ਮੈਨੂੰ ਪਤਾ ਨਹੀਂ ਪੈਂਦਾ। ਇਸ ਦਾ ਪ੍ਰੇਮ ਕਿੰਨਾ ਗੁਪਤ ਤੋਰੇ ਟੁਰਦਾ ਹੈ ਕਿ ਮੇਰੇ ਕੰਨ ਆਹੜ ਵੀ ਨਹੀਂ ਪਾਉਂਦੇ। ਜਦੋਂ ਘਰ ਨੂੰ ਮੁੜੇ ਤਾਂ ਵਜ਼ੀਰ ਪਹਿਲੋਂ ਪਹੁੰਚਾ ਤੇ ਪਿਛਵਾਰਲੇ ਰਸਤੇ ਦੇ ਅੱਗੇ ਅੰਦਰੋਂ ਜਾ ਖਲੋਤਾ। ਜਦੋਂ ਸੱਤ ਤਿਲੀ ਅੰਦਰ ਵੜੀ ਤਾਂ ਵਜ਼ੀਰ ਬਨਾਵਟੀ ਗੁੱਸੇ ਦੀ ਤਿਊੜੀ ਭਰ ਕੇ ਬੋਲਿਆ, ਦਿਨੇ ਡਰਨ ਬਿਲਾਈਆਂ ਤੇ ਰਾਤੀ ਨਦੀ ਤਰਨ ਵਾਲੀਆਂ ਕਿੱਥੋਂ ਆਈਆਂ ਹਨ? ਵਜ਼ੀਰ ਨੇ ਠਿਠਕੀ, ਹਰਿਆਨ ਹੋਈ, ਪਰ ਘਬਰਾਈ ਤੇ ਡਰੀ ਨਹੀਂ। ਵਜ਼ੀਰ ਕਰੜੀ ਆਵਾਜ਼ ਨਾਲ, ਕਿਹੜੀਆਂ ਨਦੀਆਂ ਤਰ ਕੇ ਆਏ ਹੋ? ਸਤ ਤਿਲੀ,
ਸਿਰ ਨਿਵਾ ਕੇ ਹੱਥ ਜੋੜ ਕੇ ਬਿਖਮ ਨਦੀ ਭੌਜਲ ਦੀ ਨਦੀ। ਵਜ਼ੀਰ, ਬੁਝਾਰਤਾਂ ਹੈ ਪੀਰਾਂ ਨਾਲ ਪੰਜ। ਸਤ ਤਿਲੀ, ਸੱਚ ਸਭਨਾ ਹੋਏ ਦਾਰੂ ਪਾਪ ਕੱਢੈ ਤੋਏ। ਸੱਚ ਜੀਓ ਜੀ ਸੱਚ, ਮੈਂ ਸਤਸੰਗ ਵਿੱਚ ਗਈ ਸਾਂ, ਸਤਸੰਗ ਵਿੱਚੋਂ ਆਈ ਹਾਂ, ਭੌਜਲ ਤੋਂ ਤਰਨ ਵਾਸਤੇ ਜਾਂਦੀ ਹਾਂ। ਵਜ਼ੀਰ, ਸਤਸੰਗ ਤੇ ਫਿਰ ਚੋਰੀ ਕਿਉਂ? ਸਤ ਤਿਲੀ, ਜੀਓ ਜੀ ਜੇ ਹੁਕਮ ਦਿਓ ਤਾਂ ਅੰਦਰ ਚੱਲ ਕੇ ਗੱਲਬਾਤ ਕਰੀਏ, ਨੌਕਰ ਚਾਕਰ ਕੋਈ ਨਾ ਆ ਜਾਵੇ। ਵਜ਼ੀਰ, ਚੰਗਾ। ਅੰਦਰ ਜਾ ਕੇ ਆਰਾਮ ਨਾਲ ਬਹਿ ਕੇ। ਸਤ ਤਿਲੀ, ਚੋਰੀ ਕੋਈ ਨਹੀਂ ਸੀ, ਪਰ ਲੁਕਾ ਹੈ ਸੀ। ਤੋ ਸਾਡਾ ਰੁਖ ਸਤਿਗੁਰ ਵੱਲ ਨਹੀਂ ਸੀ। ਮੈਨੂੰ ਮਰਦੀ ਨੂੰ ਜਿਉਣ ਕਣੀ ਇੱਥੋਂ ਲੱਭੀ ਸੀ। ਪਿਆਸਾ ਜਿਵੇਂ ਪਾਣੀ ਨੂੰ ਉੱਠ ਦੌੜਦਾ ਹੈ, ਮੈਂ ਜੀਵਨ ਜਲਦੀ ਧਿਆਈ ਬੇਵਸੀ ਉੱਠ ਨੱਠੀ, ਜੋ ਪੀਵਾਂ ਤੇ ਠੰਡੀ ਥੀਵਾਂ। ਮੇਰੇ ਸਤਸੰਗ ਵਿੱਚ ਝੂਠ ਦੀ ਥਾਂ ਨਹੀਂ, ਸੱਚ ਇਹੋ ਹੈ। ਮਾਰੋ ਚਾਹੇ ਰੱਖੋ, ਦੰਡੋ ਚਾਹੇ ਭੰਡੋ, ਬਖਸ਼ੋ ਚਾਹੇ ਵਡਿਆਓ, ਸੱਚ ਇਹੋ ਹੈ। ਸੱਚ ਤੇ ਸਰਲਤਾ ਨਾਲ ਨਿਰਭੈਤਾ, ਪਰ ਅਦਬ ਦੇਖ ਕੇ ਵਜ਼ੀਰ ਅਚਰਜ ਹੋ ਰਿਹਾ ਸੀ। ਸੋਚੇ ਰਾਏ ਤੇ ਬਾਣੀ ਦਾ ਅਸਰ ਪਿਆ ਤਾਂ ਨਿਰਭੈਤਾ ਵਿੱਚ ਹੈ ਤੇ ਸੱਚ ਤੇ ਖੜਾ ਹੈ, ਤੇ ਉਸ ਵਿੱਚ ਉਹ ਸਾਹਸ ਤੇ ਜਾਨ ਭਰ ਆਈ ਹੈ ਜੋ ਵੱਡੇ ਰਾਜਿਆਂ ਵਿੱਚ ਨਹੀਂ ਹੈ। ਇਹ ਮੇਰੀ ਇਸਤਰੀ ਅਬਲਾ, ਕੰਧਾਂ ਕੋਠਿਆਂ ਵਿੱਚ ਜੰਮੀ ਪਲੀ, ਕੱਖ ਹਿੱਲੇ ਤਾਂ ਡਰੇ, ਖੰਭ ਉੜਦਾ ਆ ਢਵੇ ਤਾਂ ਤਰਬਕੇ। ਇਹ ਵੀ ਨਿਰਭੈ ਹੈ, ਸਚਿਆਰ ਹੈ, ਫਿਰ ਪਿਆਰ ਤੇ ਅਦਬ ਵਿੱਚ ਹੈ, ਚਾਤਰ ਤੇ ਸਾਹਸੀ ਵੀ ਹੈ। ਕਿਵੇਂ 5000 ਦੀ ਰਸਦ ਪਹੁੰਚਾਈ ਸੂ। ਇਹਨਾਂ ਸੋਚਾਂ ਨੇ ਜੋ ਸਿਫਤ ਦਾ ਭਾਵ ਅੰਦਰ ਭਰਿਆ, ਵਜ਼ੀਰ ਤੋਂ ਬਨਾਵਟੀ ਕ੍ਰੋਧ ਦਾ ਅਸਰ ਹਟ ਗਿਆ। ਹਾਂ, ਵਜ਼ੀਰ ਨੀਤੀ ਦਾ ਪੁੰਜ 2 ਕੁ ਦਿਨ ਆਸਾ ਦੀ ਵਾਰ ਸੁਣ ਕੇ ਆਸਾ ਦੀ ਵਾਰ ਦੇ ਅਸਰ ਹੇਠ ਆ ਗਿਆ ਸੀ। ਸਿੱਧਾ ਸਾਫ਼ ਪ੍ਰਸ਼ਨ ਉਸਦੇ ਮੂੰਹੋਂ ਨਿਕਲ ਗਿਆ। ਇਹ ਰਸਦ ਕਿਸ ਖਰੀਦੀ, ਕਿਸ ਲੱਦੀ, ਕਿਸ ਬੇੜੇ ਚਾੜੀ, ਕਿਨ ਉਤਾਰੀ, ਕਿਨ ਲੰਗਰ ਪਹੁੰਚਾਈ। ਸਤ ਤਿਲੀ ਤਾਂ ਤ੍ਰੀਮਤ ਜਾਤ ਸੀ। ਸਤ ਤਿਲੀ, ਸ਼ੁਕਰ ਸ਼ੁਕਰ ਸ਼ੁਕਰ। ਵਜ਼ੀਰ ਹੈਰਾਨ ਕੇ, ਸ਼ੁਕਰ ਦਾ ਕੀ ਮੁਕਾਮ ਹੈ? ਸਤ ਤਿਲੀ, ਤੁਸੀਂ ਵੀ ਆਸਾ ਜੀ ਦੇ ਵਾਰ ਦੇ ਵਸ ਰਹੇ, ਧਰਮ ਮੇਘਾਂ ਹੇਠ ਹੋ ਆਏ ਹੋ, ਸ਼ੁਕਰ। ਵਜ਼ੀਰ, ਕਿਵੇਂ? ਸਤ ਤਿਲੀ, ਭਾਵੇਂ ਮੇਰਾ ਪਿੱਛਾ ਕਰਨ ਹੀ ਗਏ ਹੋਵੋ, ਭਾਵੇਂ ਸਤਿਗੁਰ ਮਿਹਰਾਂ ਦੇ ਸਾਈਂ ਪ੍ਰੇਰ ਕੇ ਲੈ ਗਏ ਹੋਣ, ਤੁਹਾਡਾ ਫੇਰਾ ਸਤਸੰਗਤ ਵਿੱਚ ਪਿਆ ਹੈ। ਜ਼ਰੂਰ, ਤਾਂ ਹੀ ਤੁਹਾਨੂੰ ਰਸਦ ਰਸਾਨੀ ਦਾ 5000 ਦਾ ਸਤ ਤਿਲੀ ਨਾਮ ਦਾ ਪਤਾ ਪਿਆ ਹੈ। ਗਏ ਹੋ ਨਾ ਮੇਰੀ ਦੇਵਰਾਣੀ ਸਹਿਸ ਭੁਜੀ ਦੇਵੀ ਆਸਾ ਦੀ ਵਾਰ ਦੇ ਮੰਦਰ ਵਿੱਚ। ਪਰਸ ਆਇਓ ਨਾ ਅੰਮ੍ਰਿਤ ਦਾਤੀ ਮਾਤਾ ਦੇ ਭਾਉਣ। ਇਸ ਗੱਲ ਦਾ ਸ਼ੁਕਰ ਹੈ ਮੇਰੇ ਮਾਲਕ ਜੀ। ਸਾਈਂ ਤਾਰੇ ਨੇ ਉਹ ਸੁਭਾਗ ਹੈ ਜਿਸ ਸਤਸੰਗ ਵਿੱਚ ਫੇਰਾ ਪਾਇਆ। ਉਹ ਚਰਨ ਪੁਨੀਤ ਹਨ ਜੋ ਆਸਾ ਦੀ ਵਾਰ ਦਾ ਦੁਆਰ ਪਰਸ ਆਏ। ਧਨ ਹੈ ਪ੍ਰੇਰਨ ਵਾਲਾ ਦਾਤਾ। ਵਜ਼ੀਰ, ਹੁਣ ਹੋਰ ਪਰਦਾ ਤੇ ਨੀਤੀ ਭੁਲਾ ਕੇ, ਮੈਂ ਤਾਂ ਸਾਹਿਬਾਂ ਦੇ ਦਰ ਤੋਂ ਵੀ ਹੋ ਆਇਆ ਹਾਂ ਤੇ ਨਿਉਤਾ ਵੀ ਦੇ ਆਇਆ ਹਾਂ। ਆਓ ਸਾਡੇ ਨਗਰ ਆਵਸੋ। ਸਤ ਤਿਲੀ, ਧੰਨ ਮੇਰੀ ਮਾਇਆ ਰਾਣੀ, ਧੰਨ ਮੇਰੀ ਅੰਮ੍ਰਿਤ ਮਾਤਾ, ਧੰਨ ਮੇਰੀ ਲਾੜ ਲਡਿਆਉਣ ਵਾਲੀ ਰਾਣੀ ਅੰਮਾ, ਆਸਾ ਦੀ ਵਾਰ ਮੇਰੀਆਂ ਸਭੇ ਮੁਰਾਦਾਂ ਭਰ ਆਈਆਂ। ਵਜ਼ੀਰ, ਕਿਵੇਂ? ਸਤ ਤਿਲੀ, ਮੇਰੀ ਸਿੱਖ ਸੀ ਕਿ ਕਿਵੇਂ ਇਸ ਅੰਮ੍ਰਿਤ ਕੁੰਡ ਤੋਂ ਤੁਸੀਂ ਵੀ ਅੰਮ੍ਰਿਤ ਪੀਓ। ਸਿਕੰਦਰ ਆਖਦੇ ਹਨ, ਗਿਆ ਨੇੜੇ ਅੰਮ੍ਰਿਤ ਦੇ ਪਰ ਹਨੇਰੇ ਕਰਕੇ ਖਾਲੀ ਮੁੜਿਆ। ਮੈਂ ਆਖਾਂ, ਹਾਏ ਮੇਰੀ ਊਣਤਾ, ਮੈਂ ਪੀਂਦੀ ਹਾਂ ਤੇ ਆਪਣੇ ਮਾਲਕ ਜੀ ਨੂੰ ਪਿਲਾਉਣ ਅਸਮਰੱਥ ਹਾਂ। ਮੈਂ ਪੀਂਦੀ ਜਾਸਾਂ ਤੇ ਉਹ ਪਿਆਸੇ, ਪਰ ਤੁਹਾਡੇ ਨੀਤੀ ਵਾਲੇ ਉੱਚ ਦਿਮਾਗ ਅੱਗੇ ਮੈਂ ਮੂਰਖ ਆਪਣੇ ਹਨੇਰੇ ਕਰਕੇ ਕੋਈ ਰਾਹ ਨਹੀਂ ਸਾਂ ਲੱਭ ਸਕਦੀ। ਧੰਨ ਮੇਰੀ ਆਸਾ ਦੀ ਵਾਰ ਜਿਨ ਸਭੇ ਮੁਰਾਦਾਂ ਪੁਗਾ ਦਿੱਤੀਆਂ। ਵਜ਼ੀਰ ਮੁਸਕਰਾ ਕੇ, ਅਸਚਰਜ ਹੈ, ਮੇਰੇ ਮਾਲਕ ਨੂੰ ਵੀ ਸਤਸੰਗ ਦੀ ਸੋਝੀ ਤੇ ਸਾਹਿਬਾਂ ਦੀ ਕਦਰ ਪੈ ਗਈ। ਉਸ ਮੈਨੂੰ ਆਸਾ ਦੀ ਵਾਰ ਦੀ ਪੋਥੀ ਦਿੱਤੀ। ਮੇਰੀ ਇਸਤਰੀ ਮੈਨੂੰ ਮਾਲਕ ਸਮਝਣ ਵਾਲੀ ਨੂੰ ਵੀ ਸੋਝੀ ਪੈ ਗਈ ਤੇ ਮੈਂ ਵਿਚਕਾਰ ਦੁਵੱਲੀ ਵਗਰੀ ਨਦੀ ਵਿਚਕਾਰ ਬਰੇਤੇ ਵਾਂਗੂ ਸੁੱਕੇ ਦਾ ਸੁੱਕਾ। ਹਾਂ ਬਿਦਨਾ, ਤੇਰੇ ਕੌਤੁਕ ਵੀ ਅਸਚਰਜ ਹਨ। ਸਤ ਤਿਲੀ, ਸਦਕੇ ਹਾਂ ਖੀਰ ਭਵਾਨੀ ਹੈ ਨਾ ਲੋਕਾਂ ਦੀ ਦੇਵੀ।
मेरी देवी ए अमृत भवानी है, ए आसा दी वार। उस किवें सही तुहानू अपने दरबार खिच ही लिया ना। जिवें उस राजा नू चाट लाई, जिवें मैनू खिंचिया, तिवें हे मालक जी आप नू भी उसने धू लिया। उस मैया राणी दे राह न्यारे हैं। वजीर, मैं चर्ज हाँ कि बचपन तो ठाकर पूजा, दाज विच ठाकुरां दा डब्बा नाल लियाई, त्रै घड़ियाल रोज दी पूजा। हैं फिर तू किवें इस पासे चली गई? सतिली, पता नहीं, जिंदा ठाकुर मिल पिया है, ओह लै गया हो। पर पति जी की जाणीए, ओह पूजा मेरे दिलों तां भावना ही सी ना पुकरी होवे। हैं की जाणीए, उस मेरा मन निर्मल कीता होवे ते इस जागदी जोत संगीत वाहिनी देवी आसा पूरक आसावंतियां दी, हाँ इस आसा दी वार ने मैनू अपनी छावें ताइयों खिच लिया होवे। वजीर, किंज मुड़ लगा? सतिली, एक दिन मैनू मौत दा डर आया तां मैं अश्चर्ज होई कि इन्ना चिर मैं ठाकर सेवे ते अजे मौत दा भै नहीं मगरों लथा। इन्हां वहमां विच मैं सौ गई। कोई पहर रात रही तां तड़फ के जाग खुल गई तां ओह वैण सी। उस वेले कन्नी आवाज़ पई इस आसा दी वार दी। समझ तां कुछ ना पवे, पर स्वाद आवे ते घबरा दूर होवे। फिर रामो नू कह के सारे भेद कढे। रोज़ मैं सवेरे उठ के धुन सुनिया करां, पर दिनों दिन सिक वधे कि कदे विच जा के सुना भी, समझां भी ते रस भी लवां। तो सानू जी उमले गल करन नूं, पर डर आवे कि मते गुस्से होवो। जदों एक वारा तुसीं बाहरले इलाके गए तां मैं रामो नूं नाल लै के पहली वेर पिछले रस्तियों गई ते भोग तो पहला हनेरे हनेरे मुड़ आई। बस उस दिन तो सोजी भी आई ते स्वाद भी पै गया। ठाकुर आप ही पत्थर दिसण लग पए। गुस्से ना होविओ मालक जीओ, मैं सच पई आखदी हां, ठाकुरां दी बेअदबी नहीं करदी। देखो ना, नामदेव जी ते धन्ना जी ਵੱਡੇ ठाकुर भगत होए ਹਨ ना। पर जदों सोजी हो आई तां उन्हां ने भी ठाकुरां नूं फेर पत्थर आख्या है। ते कबीर जी ने तां किया है, कबीर पाहुन परमेश्वर किया, पूजै सब संसार, इस परवासे जो रहे बूढ़े काली तार। सो जे मेरे मूहों पत्थर निकलिया है तां खिमा करनी मेरे वस नहीं, मैं सच आख्या है। मैं ही पूजदी सां मनदी सां, पर हुण ठाकुर अपने अंदर अंग संग भासदा है। सो जियो, इस तरह मैं रस बद्दी जान लग पई। मैं चोरी नहीं कीती, डरदी सां कि मते तुसीं दुनिया दी इज्जत नूं कि किसे नीति दी विचार नूं सोच के रोक ना करो ते हुक्म मैं मोड़ नहीं सकना ते बिना गए मैं जी नहीं सकना। सो हुण भुल मेरी बख्श दिओ ते अपनी भलियाई दे सदके मेरी निभा दिओ। मेरे वस नहीं, मैनू अगमी तू है इस सत्संग नाल। वजीर अपनी इस्त्री दी सादगी ते सच दी कदर कर रहा है ते कुछ दरव रहा सी। पवित्र आत्मा रूहां होण तां ऐसियां। मैं किन्ने वल ते उतार चढ़ा जाणदा हां, ना जाना तां राज की को निभे। पर मेरे ही घर कैसी साफ दिल जनानी है जो वल फरेब जाणदी नहीं, पर जिसकी सादगी अगे मेरी अकल खुंडी हो रही है। सचमुच भौजल विचों इहो जे लोग तरनगे। पर वजीर ने अपने इन्हां कोमल भावां नूं रोकिया ते जरा मुस्कुराहट जी विच आ के पुछया, ਇਹ ਕੰਮ ਤਾਂ ਸਾਦਗੀ ਤੇ ਭਗਤੀ ਭਾਵਨਾ ਦੇ ਸਨ, ਪਰ ਜੰਗ ਮੱਚੇ ਵਿੱਚ ਰਸਦ ਪਹੁੰਚਾ ਦੇਣਾ ਤੇ ਮੈਨੂੰ ਕਿ ਸੰਗਤ ਨੂੰ ਨਾ ਪਤਾ ਲੱਗਣ ਦੇਣਾ ਕਿ ਕੌਣ ਹੈ ਇਹ ਕੌਤਕਹਾਰ, ਇਹ ਤ੍ਰਿਆ ਚਰਿੱਤਰ ਕਿੱਥੋਂ ਸਿੱਖਿਆ? ਸਤਿਲੀ, ਤ੍ਰਿਮਤ ਦੇ 7 ਔਗਣ ਕੇ 9 ਔਗਣ ਸ਼ਾਸਤਰਾਂ ਨੇ ਗਿਣੇ ਹਨ। ਮੈਂ ਉਹਨਾਂ ਤੋਂ ਖਾਲੀ ਕਿਉਂ ਰਹਿ ਸਕਦੀ ਹਾਂ? ਪਰ ਮਾਲਕ ਜੀਓ, ਤੁਹਾਡੇ ਚਰਨ ਮੇਰੇ ਸਾਹਮਣੇ ਹਨ। ਇਹ ਚਰਨ ਪਾਦਕਾਂ ਹਨ ਪਤੀ ਬ੍ਰਤਾ ਇਸਤਰੀ ਵਾਸਤੇ। ਮੈਂ ਸੱਚ ਆਖਦੀ ਹਾਂ, ਮੈਂ ਕੋਈ ਚਲਿੱਤਰ ਨਹੀਂ ਕੀਤਾ। ਰਾਮੋ ਦਾ ਭਰਾ ਸ਼ਹਿਰ ਵਿੱਚ ਅਟਵਾਣੀਏ ਦੀ ਵੱਡੀ ਹੱਟੀ ਕਰਦਾ ਹੈ। ਉਸ ਨੂੰ ਰਾਮੋ ਨੇ ਕਿਹਾ ਕਿ ਇਸ ਤਰ੍ਹਾਂ ਰਸਦ ਪਹੁੰਚਾਣੀ ਹੈ, ਪਰ ਤੂੰ ਹੋ ਖਰੀਦ, ਤੂੰ ਹੋ ਪਹੁੰਚਾ। ਤੈਨੂੰ ਰੁਪਏ ਮਿਲ ਜਾਣਗੇ, 100 ਰੁਪਇਆ ਤੈਨੂੰ ਇਸ ਕੰਮ ਬਦਲੇ ਵੱਖ ਖੇਚਲ ਵਜੋਂ ਮਿਲੇਗਾ। ਪਰ ਤੂੰ 2 ਗੱਲਾਂ ਕਰਨੀਆਂ ਹਨ। ਇੱਕ ਤਾਂ ਮੈਨੂੰ ਨਾ ਪੁੱਛੀ
कि कौन है भिजवाउण वाला, ते किसे नूं तू ना दसी कि किन भिजवाया है। पार गया सतगुर पुछण तां दसना कि विसाली दी संगत ने भेटा कीती है ए रसद। सो ये सारा कुछ सच सी क्यों पति जी। वो आदमी बीबा है, सवेरे वार सुनदा है। उसनूं पता सी कि संगत ने उद्यम कीता है, पर उसनूं ये पता नहीं लगा कि सतपिली माई ने 5000 किकू बना लिया है ते मेरी भैन नूं सतपिली कित्थे मिली है ते सतपिली कौन है। जे ये आदमी खोटा हुंदा तां बड़ा औख सी, पर वो तां मेरी देवराणी आसा दी वार दा लाडला है, वो तां खरा हो चुका मनुख है। देखो मालक जी, उसनूं जो रुपया खेचल वजों देना किया सी उसने नहीं लिया। आखण लगा, वाहिगुरू तां सो करता कादर करीम दे जियां रिजक संभाए है ते ਉਹ ਮੈਨੂੰ ਦੇ ਰਿਹਾ ਹੈ। ਫਿਰ ਮੈਂ ਉਸ ਦਾ ਰਾਹ ਦੱਸਣ ਵਾਲੇ, ਉਸ ਦੇ ਪਿਆਰ ਦੀ ਛੋਹ ਲਾ ਕੇ ਜਿਵਾ ਦੇਣ ਵਾਲੇ ਸਤਿਗੁਰ ਦੀ ਸੇਵਾ ਦਾ ਮੁੱਲ ਲਵਾਂ ਹੈਂ। ਸਤਿਗੁਰ ਵਿਟੋਂ ਵਾਰਿਆ, ਜਿਤ ਮਿਲਿਆ ਖਸਮ ਸੰਭਾਲਿਆ, ਜਿਨ ਕਰ ਉਪਦੇਸ਼ ਗਿਆਨ ਅੰਜਨ ਦਿਆ, ਇਨੀ ਨੇਤਰੀ ਜਗਤ ਨਿਹਾਲਿਆ। ਉਸ ਸਤਿਗੁਰ ਦੀ ਸੇਵਾ ਦਾ ਮੁੱਲ ਪਾਵਾਂ, ਐਉਂ ਆਸਾ ਦੀ ਵਾਰ ਸੁਣਨ ਦੇ ਨੇਮੀ ਪ੍ਰੇਮੀ ਨੇ ਉਹ ਘਾਲ ਸਿਰੇ ਚਾੜ ਦਿੱਤੀ। ਨਾਲੇ ਤੁਸਾਨੂੰ ਸ਼ਾਇਦ ਪਤਾ ਨਹੀਂ ਕਿ ਮੁਹਾਣੇ ਯਾਨੀ ਮਲਾਹ ਲੋਕ ਪੀਰਾਂ ਫਕੀਰਾਂ ਤੋਂ ਸਦਾ ਡਰਦੇ ਹਨ। ਉਹਨਾਂ ਨੂੰ ਸਤਿਗੁਰ ਦੀ ਸੇਵਾ ਸੁਣ ਕੇ ਚਾਉ ਚੜ ਗਿਆ ਤੇ ਹੰਸੂ ਹੰਸੂ ਕਰਦੇ ਹਨੇਰੇ ਪਏ ਤੇ ਸਾਰਾ ਮਾਲ ਲੱਦ ਕੇ ਪਾਰ ਲੈ ਗਏ। ਉਂਝ ਹਨੇਰੇ ਪਏ ਬੇੜੀ ਨਹੀਂ ਟੋਰਦੇ। ਫਿਰ ਦੇਖੋ ਸਾਈਂ ਜੀਓ ਅਲੋਕਾਰ, ਉਹਨਾਂ ਵੀ ਮਜ਼ਦੂਰੀ ਨਹੀਂ ਲੀਤੀ। ਆਖਣ ਲੱਗੇ ਉਹ ਰੱਬ ਦੀ ਜੋਤ ਹੈ, ਸਾਨੂੰ ਸਦਾ ਪਾਲਦਾ ਹੈ। ਔਖੀ ਵੇਲੇ ਅਸੀਂ ਉਹਨਾਂ ਦੇ ਕੰਮ ਲਈ ਓਪਰਿਆਂ ਵਾਂਗੂ ਮਜ਼ਦੂਰੀਆਂ ਖਰੀਆਂ ਕਰੀਏ। ਲਓ ਜੀ, ਜਿਨ੍ਹਾਂ ਦੇ ਸਿਰ ਤੇ ਰੱਬ ਹੋਵੇ, ਨਹੀਂ ਉਹ ਤਾਂ ਆਪ ਠਾਕੁਰ ਹੋਏ, ਉਹਨਾਂ ਤੋਂ ਕੌਣ ਮਜ਼ਦੂਰੀ ਲਵੇ। ਤੁਸਾਨੂੰ ਚੇਤੇ ਹੋਊ ਕਿ ਮਲਾਹ ਯਾਨੀ ਖੇਵਟ ਨੇ ਸ੍ਰੀ ਰਾਮਚੰਦਰ ਤੋਂ ਬੇੜੀ ਦਾ ਮਸੂਲ ਨਹੀਂ ਸੀ ਲਿਆ। ਆਖਣ ਲੱਗਾ, ਤੂੰ ਵੀ ਕਿਸੇ ਥਾਂ ਦਾ ਮਲਾਹ ਹੈਵੇਂ। ਜਦੋਂ ਮੈਂ ਤੇਰੇ ਪੱਤਣ ਆਵਾਂਗਾ ਬਿਨਾਂ ਮਜ਼ਦੂਰੀਓਂ ਮੈਨੂੰ ਤੂੰ ਪਾਰ ਲੰਘਾ ਦੇਈਂ। ਇੱਕੋ ਕਮਾਮ ਦੇ ਜੋ ਹੋਏ। ਸੋਈਓ ਗੱਲ ਇਹਨਾਂ ਭਲਿਆਂ ਲੋਕਾਂ ਨੇ ਕੀਤੀ। ਉਹ ਸੁਣੀ ਸੀ, ਇਹ ਪ੍ਰਤੱਖ ਵੇਖੀ ਜੇ। ਲਓ ਮੇਰੇ ਮਾਲਕ ਜੀ, ਮੈਂ ਆਪਣੇ ਜਾਣੇ ਤਾਂ ਸਿੱਧੀ ਸਰਲ ਸੱਚ ਨਾਲ ਸੇਵਾ ਕੀਤੀ ਹੈ, ਤੇ ਜੇ ਕੋਈ ਚਲਿੱਤਰ ਅਣਜਾਣੇ ਹੋ ਗਿਆ ਹੈ ਤਾਂ ਤੁਸਾਂ ਲੜ ਲਾਈ ਦੀ ਲਾਜ ਨਿਭਾ ਦੇਣੀ ਹੈ ਤੇ ਬਖਸ਼ ਲੈਣਾ ਹੈ। ਭੁੱਲਣਹਾਰ ਹੈ ਜੀਵ ਅਥਰੂ ਭਰ ਆਏ। ਵਜ਼ੀਰ ਦਾ ਇਸ ਗੱਲਬਾਤ ਨਾਲ ਕਲੇਜਾ ਕੜਕ ਕਰਕੇ ਹੋਇਆ। ਸੋਚੇ ਮੇਰੀਆਂ ਅਕਲਾਂ ਤੇ ਫਿਕਰ ਕਾਠ ਨਹੀਂ ਤਾਰਦੇ ਤੇ ਇਸ ਭੋਲੀ ਦਾ ਸਿਦਕ ਤੇ ਭਰੋਸਾ ਪੱਥਰਾਂ ਨੂੰ ਉਤਾਰ ਰਿਹਾ ਹੈ। ਸਿਦਕ ਦੇ ਬੇੜੇ ਪਾਰ ਸੱਚ ਕਿਹਾ ਹੈ ਕਿਸੇ ਸਾਧਕ ਨੇ। ਸਤਿਲੀ, ਤੁਸੀਂ ਗੁੱਸੇ ਹੋ ਪਤੀ ਜੀ, ਮੈਂ ਮਾੜਾ ਕਰਦੀ ਰਹੀ ਹਾਂ। ਵਜ਼ੀਰ ਝਿਜਕ ਕੇ, ਨਹੀਂ ਸੀਤਾ, ਤੂੰ ਸੱਚਮੁੱਚ ਸੀਤਾ ਹੈ। ਤੂੰ ਸੱਚ ਦੀ ਪਿਆਰੀ ਸੀਤਾ ਹੈ। ਤੂੰ ਵਿਆਪਕ ਰਾਮ ਨੂੰ ਪਿਆਰ ਕਰਨ ਵਾਲੀ ਦੇਵੀ ਹੈ। ਨਰਮ ਹੋ ਕੇ, ਮੈਂ ਰਾਕਸ਼ ਦੇ ਪੱਲੇ ਤੂੰ ਕਿਕੂ ਪੈ ਗਈ। ਮੈਂ ਇਸ ਵੇਲੇ ਸਾਰੀ ਨੀਤੀ ਨੂੰ ਰੋੜ ਕੇ ਸੱਚ ਕਹਿ ਰਿਹਾ ਹਾਂ। ਤੂੰ ਭਲਾ ਕੀਤਾ ਹੈ, ਤੈਥੋਂ ਰਾਮ ਕਰਾਇਆ। ਮੈਂ ਮਾਇਆ ਦੇ ਚੱਕਰ ਫੇਰਾਂ ਵਿੱਚ ਰਿਹਾ, ਤੂੰ ਸਿੱਧੇ ਰਾਹ ਟੁਰੀ। ਇਸਤਰੀ ਪੁਰਖ ਦੇ ਕਰਮ ਆਪੋ ਵਿੱਚ ਵੰਡੀਦੇ ਸੁਣੇ ਹਨ। ਮੈਂ ਖਬਰੇ ਤੇਰੇ ਸ਼ੁਭ ਕਰਮਾਂ ਕਰਕੇ ਆਸਾ ਦੀ ਵਾਰ ਦੇ ਮੱਥੇ ਜਾ ਲੱਗਾ ਹਾਂ। ਹੈ ਨਾ ਕਰਾਮਾਤ ਤੇਰੇ ਸੱਤ ਦੀ ਕਿ ਰਾਜਾ ਮੈਨੂੰ ਉਪਦੇਸ਼ ਦੇਵੇ। ਜਨਕ ਹੋ ਗਿਆ ਰਾਜਾ ਗਿਆਨੀ ਤੇ ਮੈਂ ਸੁਖਦੇਵ ਵਾਂਗੂ ਸ਼ਿਸ਼ ਬਣਿਆ। ਫਿਰ ਉਸੇ ਸੋਚ ਨੇ ਰਾਜ ਜਗਾਇਆ, ਉਸੇ 75 ਲਾਈ ਕਿ ਤੂੰ ਕਿੱਥੇ ਜਾਣੀ ਹੈ। ਫਿਰ ਤੇਰੀ ਹੀ ਸ਼ੁਭ ਕਰਮਾਂ ਨੇ ਮੈਨੂੰ ਸਾਹਿਬਾਂ ਦੇ ਮੱਥੇ ਲਾਇਆ। ਮੈਂ ਦਰਸ਼ਨ ਕਰਕੇ ਬਚਨ ਸੁਣ ਕੇ ਸਾਹਸ ਤੱਕ ਕੇ ਹਰਿਆਨ ਹੋ ਰਿਹਾ ਹਾਂ। ਖੁਸ਼ੀ ਦੀ ਸੁਰ ਨਾਲ ਅਸੀਂ ਸਦ ਆਏ ਹਾਂ, ਪਰ ਅਜੇ ਆਏ ਨਹੀਂ। ਸੱਚ ਤੇ ਤੁੱਲੇ ਖੜੇ ਹਨ, ਆਉਣਗੇ, ਪਰ ਆਪਣੇ ਬੰਦਿਆਂ ਨੂੰ ਪਹਿਲੇ ਪਾਰ ਉਤਾਰਨਗੇ। ਤ੍ਰੀਮਤਾਂ ਬੱਚੇ ਸ਼ਸਤਰਹੀਨ ਪਹਿਲਾਂ ਪਾਰ ਉਤਰਨਗੇ, ਆਪ ਰਾਖੀ ਕਰਨਗੇ। ਫਿਰ ਫੌਜ ਉਰਾਰ ਆਵੇਗੀ ਤੇ ਕੁਝ ਦਸਤੇ ਜੁੱਧ ਮਚਾਈ ਰੱਖਣਗੇ। ਤੋਪਾਂ ਚਲਦੀਆਂ ਰਹਿਣਗੀਆਂ। ਦੁਸ਼ਮਣ ਦੇ ਸਾਹਮਣੇ ਭਾਂਜ ਖਾ ਕੇ ਨੱਸਣਗੇ ਨਹੀਂ। ਪੈਂਤੜਾਂ ਬੰਦ ਸਾਰਿਆਂ ਦੀ ਰੱਖਿਆ ਕਰ ਸੁੱਚੇ ਤੇ ਸੱਚੇ ਸੂਰਮੇ ਉਰਾਰ ਆਉਣਗੇ। ਰੱਤਾ ਭੈ ਨਹੀਂ ਖਾਂਦੇ ਕਿ ਇਸ ਵਿਉਂਤ ਵਿੱਚ ਆਪ ਹੀ ਨਾ ਮਾਰੇ ਜਾਈਏ।
ਪੁੱਤ ਪਿਆਰੇ ਨਾ ਮਾਰੇ ਜਾਣ, ਸਹੁੰ ਹੈ ਮੈਨੂੰ ਆਪਣੀ। ਜੇ ਮੈਂ ਹੁੰਦਾ ਤਾਂ ਰਾਏ ਜੀ ਦੇ ਸੱਦੇ ਤੇ ਭੱਜ ਕੇ ਆ ਜਾਂਦਾ। ਪਈ ਫੌਜ ਤੇ ਸਾਥੀ ਖਸਮਾਂ ਨੂੰ ਖਾਂਦੇ। ਰਾਏ ਦੇ 3 ਸੁਨੇਹੇ ਜਾ ਚੁੱਕੇ ਹਨ, ਪਰ ਉਹ ਹਨ ਕਿ ਆਪਣੇ ਦਾਈਏ ਤੇ ਵਿਉਂਤ ਤੇ ਪੱਕੇ ਖੜੇ ਹਨ। ਸੀਤਾ, ਰਾਜਾ ਵੀ ਪਿਆਰ ਵਿੱਚ ਤੇਰੇ ਵਾਂਗੂ ਵਿਆਕੁਲ ਹੈ। ਇੱਕ ਮੈਂ ਵਿੱਚ ਸੁੱਕਾ ਨੜਾ ਖੜਾ ਸਾਂ। ਤੇਰੇ ਸਿਦਕ ਨੇ ਮੇਰੇ ਅੰਦਰੋਂ ਵੀ ਬੇਸਿਦਕੀ ਦੇ ਕਾਨਿਆਂ ਵਿੱਚ ਗੰਨਿਆਂ ਦਾ ਰਸ ਭਰ ਵਿਖਾਇਆ ਹੈ। ਸਤਿਲੀ, ਇਹ ਕਰਾਮਾਤ ਹੈ। ਨਾਨਕ ਸਾ ਕਰਾਮਾਤ ਸਾਹਿਬ ਤੁਠੈ ਜੋ ਮਿਲੇ। ਤੁਸਾਂ ਤੇ ਸਾਹਿਬ ਆਪ ਤੁਠਿਆ ਹੈ। ਇਹ ਕਰਾਮਾਤ ਹੈ ਸਾਹਿਬ ਦੀ। ਧੰਨ ਮੇਰੀ ਆਸਾ ਦੀ ਵਾਰ, ਸੱਚ ਦੀ ਦੇਵੀ। ਵਜ਼ੀਰ ਹੰਝੂ ਭਰੇ ਨੈਣਾ ਤੇ ਮੁਸਕਰਾਹਟ ਭਰੇ ਬੁੱਲਾਂ ਨਾਲ, ਇਸ ਸੰਗਤ ਵਿੱਚ ਸਤਿਲੀ ਨਾਮ ਕਿਉਂ ਪਿਆ? ਤੂੰ ਤਾਂ ਸੀਤਾ ਹੈ। ਸਤਿਲੀ, ਮੈਂ ਜਦ ਨਿਆਣੀ ਹੁੰਦੀ ਖੇਡਦੀ ਸਾਂ ਤਾਂ ਸਾਡੇ ਘਰ ਵਿੱਚ ਬਾਵਰੇ ਜਿਹੇ ਸਾਈਂ ਲੋਕ ਆਇਆ ਕਰਦੇ ਸਨ। ਮੈਨੂੰ ਲਾਡ ਕਰਦੇ ਸਨ, ਕਹਿੰਦੇ ਸਨ ਭਾਗ ਵਾਲੀ ਹੈ, ਜਨਮ ਜਿੱਤੇਂਗੀ। ਪਿਤਾ ਮਾਤਾ ਜੀ ਖੁਸ਼ ਹੋਇਆ ਕਰਦੇ ਸਨ। ਇੱਕ ਦਿਨ ਮੈਨੂੰ ਗੋਦੀ ਲੈ ਕੇ ਚਿਹਰਾ ਤੱਕ ਰਹੇ ਸਨ ਤਾਂ ਬੋਲ ਉੱਠੇ, ਸੀਤਾ, ਉਹ ਤੂੰ ਤਾਂ ਸਤਿਲੀ ਹੈ। ਪਿਤਾ ਜੀ ਹੱਸ ਪਏ ਤੇ ਪੁੱਛਣ ਲੱਗੇ, ਕੀ ਗੱਲ ਹੈ ਮਹਾਰਾਜ? ਤਾਂ ਮੇਰੇ ਪਿਤਾ ਨੂੰ ਸੱਦ ਕੇ ਕਹਿਣ ਲੱਗੇ, ਗਿਣੋ ਇਸ ਦੇ ਮੂੰਹ ਤੇ 7 ਤਿਲ ਹਨ। ਤੁਸੀਂ ਵੀ ਤੱਕੋ, ਨਿੱਕੇ ਨਿੱਕੇ ਹਨ, ਸਰੋਂ ਦੇ ਦਾਣੇ ਜਿਹੜੇ, ਜਾਂ ਨਿੱਕੇ ਇੱਕ ਭਰਵਟਿਆਂ ਦੇ ਵਿਚਕਾਰ ਹੈ। ਇੱਕ ਜੋ ਸਭ ਤੋਂ ਨਿੱਕਾ ਹੈ ਨੱਕ ਦੀ ਕਰੂੰਬਲੀ ਤੇ ਹੈ, ਇੱਕ ਠੋਡੀ ਤੇ ਹੈ, 2 ਕੰਨਾਂ ਦੀ ਕਨੂਣੀ ਤੇ ਗੱਲਾਂ ਦੀ ਸੰਨ ਤੇ ਹਨ, ਤੇ 2 ਗੱਲਾਂ ਤੇ ਪਰਤੱਖ ਹਨ ਹੀ। ਹੈ ਨਾ 7 ਤਿਲ, ਸੋ ਹੋਈ ਕੁੜੀ ਸਤਿਲੀ। ਸੋ ਇਉਂ ਉਹ ਜਦਾਂ ਦੇ 7 ਤਿਲੀ ਸੱਦਿਆ ਕਰਦੇ ਸਨ ਤੇ ਵਰ ਦਿਆ ਕਰਦੇ ਸਨ। ਸਤਿਲੀ ਨੂੰ ਭਾਗ ਲੱਗੇਗਾ, ਸਤਿਲੀ ਨੂੰ ਸਾਈਂ ਮਿਲੇਗਾ, ਸਾਹਿਬਾਂ ਦੀ ਚਰਨ ਧੂੜ ਸਤਿਲੀ ਦੇ ਮੱਥੇ ਲੱਗੇਗੀ, ਸਤਿਲੀ ਨੂੰ ਠਾਕੁਰ ਮਿਲੇਗਾ। ਸੋ ਮੈਂ ਜਦ ਸਤਸੰਗ ਗਈ ਤੇ ਸੁਖੀ ਹੋਈ ਤਾਂ ਮੈਨੂੰ ਯਾਦ ਆਇਆ ਕਿ ਉਹ ਵਰ ਫਲਿਆ ਹੈ। ਤਾਂ ਮੈਂ ਆਖਿਆ, ਜੋ ਵਰ ਤਾਂ ਸਤਿਲੀ ਨੂੰ ਮਿਲਿਆ ਸੀ, ਸਤਸੰਗ ਦੀ ਮਿਹਰ ਦਾ ਸੀਤਾ ਨੂੰ ਤਾਂ ਨਹੀਂ ਸੀ ਮਿਲਿਆ। ਸੋ ਸਤਸੰਗ ਵਿੱਚ ਮੈਂ ਨਾਉ ਸੰਤਾਂ ਦਾ ਬਖਸ਼ਿਆ ਨਾਉ ਦੱਸਿਆ ਮੈਂ ਸੱਚੋ ਸੱਚ ਹੈ, ਪਰ ਸੀਤਾ ਨਾਉ ਨਾ ਦੱਸਣ ਵਿੱਚ ਲੁਕੋ ਵੀ ਰੱਖਿਆ ਹੈ। ਸੋ ਪਤੀ ਜੀ, ਤੁਸਾਂ ਦੇ ਭੈ ਤੋਂ ਇਹ ਵੀ ਮੇਰੀ ਭੁੱਲ ਹੈ, ਖਿਮਾ ਕਰ ਦਿਓ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਆਪ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।